ਧੰਨ ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। ਮਨ ਰੇ ਕਹਾ ਭਇਓ ਤੈਂ ਬਉਰਾ, ਇਹ ਨਿਸ ਔਦ ਘਟੈ ਨਹੀਂ ਜਾਣੈ। ਭਇਓ ਲੋਭ ਸੰਗ ਹਉਰਾ, ਮਨ ਰੇ ਕਹਾ ਭਇਓ ਤੈਂ ਬਉਰਾ, ਇਹ ਨਿਸ ਔਦ ਘਟੈ ਨਹੀਂ ਜਾਣੈ। ਭਇਓ ਲੋਭ ਸੰਗ ਹਉਰਾ, ਜੋ ਤਨ ਤੈਂ ਆਪਣੋ ਕਰ ਮਾਨਿਓ, ਔਰ ਸੁੰਦਰ ਗ੍ਰਹਿ ਨਾਰੀ। ਇਨ ਮੈਂ ਕਛ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਨੀ। ਨਿਮਖ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਦ ਸਿਰਾਨੀ। ਕਹੋ ਨਾਨਕ ਸੋਈ ਨਰ ਸੁਖੀਆ, RAM ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਕਹੋ ਨਾਨਕ ਸੋਈ ਨਰ ਸੁਖੀਆ, RAM ਨਾਮ ਗੁਣ ਗਾਵੈ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ, ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਸਮੂਹ ਸੰਗਤ ਨੇ ਬੜੇ ਪ੍ਰੇਮ, ਇਕਾਗਰਤਾ, ਅਦਬ ਸਹਿਤ ਸ਼ਰਵਣ ਕੀਤੇ ਹਨ। ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ, ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ, ਵਿਆਖਿਆ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ।
8ਵਾਂ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਜੀ ਨੇ ਪਾਠ ਦੇ ਰੂਪ ਵਿੱਚ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 220 ਉੱਤੇ ਦਰਜ ਹੈ, ਸ਼ਰਵਣ ਕੀਤਾ ਹੈ। ਆਮ ਸੰਸਾਰਕ ਪੱਧਰ ਉੱਤੇ ਜਿਹੜਾ ਮਨੁੱਖ ਆਪਣੀ ਸੁੱਧ ਬੁੱਧ ਗਵਾ ਬੈਠੇ, ਜਿਸ ਦਾ ਬ੍ਰੇਨ ਅਨਕੰਟਰੋਲ ਹੋ ਜਾਏ, ਦਿਮਾਗੀ ਸੰਤੁਲਨ ਜਿਸ ਨੂੰ ਆਪਾਂ ਕਹਿੰਦੇ ਹਾਂ ਵੀ ਦਿਮਾਗੀ ਬੈਲੈਂਸ ਜਿਸ ਦਾ ਵਿਗੜ ਜਾਂਦਾ ਹੈ, ਉਸ ਨੂੰ ਇਹ ਨਹੀਂ ਪਤਾ ਕਿੱਥੇ ਬੈਠਣਾ ਹੈ, ਕਿੱਥੇ ਖਲੋਣਾ ਹੈ, ਕਿਹੜੀ ਕਿਰਿਆ ਕਿੱਥੇ ਕਰਨੀ ਹੈ, ਕੀ ਬੋਲਣਾ ਹੈ, ਕੀ ਹਰਕਤ ਕਰਨੀ ਹੈ ਕਿ ਨਹੀਂ ਕਰਨੀ। ਇਹ ਸਾਰਾ ਕੁਝ ਸੋਚਣ ਦੀ, ਵਿਚਾਰਨ ਦੀ, ਡਿਸਾਈਡ ਕਰਨ ਦੀ, ਫੈਸਲਾ ਲੈਣ ਦੀ ਸਮਰੱਥਾ ਜਿਸ ਦੀ ਮੁੱਕ ਜਾਏ, ਉਸ ਨੂੰ ਆਪਾਂ ਆਖਦੇ ਹਾਂ ਇਹ ਦਿਮਾਗੀ ਤੌਰ ਉੱਤੇ ਅਪਾਹਜ ਹੈ। ਇਸ ਨੂੰ ਕਈ ਸ਼ਬਦਾਂ ਦੇ ਨਾਲ ਲੋਕ ਕਹਿੰਦੇ ਹਨ, ਬੌਰਾ ਹੈ, ਝੱਲਾ ਹੈ, ਪਾਗਲ ਹੈ, ਮੈਂਟਲ ਹੈ, ਵਗੈਰਾ ਵਗੈਰਾ। ਅਤੇ ਇਸ ਦੇ ਲਈ ਕਿਸੇ ਖਾਸ ਪ੍ਰਮਾਣ ਪੱਤਰ ਦੀ ਵੀ ਲੋੜ ਨਹੀਂ ਪੈਂਦੀ। ਉਸ ਮਨੁੱਖ ਦੀ ਹਰਕਤ, ਉਸ ਮਨੁੱਖ ਦਾ ਅਮਲ ਅਤੇ ਕਰਮ ਜਿਹੜਾ ਹੈ, ਵਿਹਾਰ ਜਿਹੜਾ ਹੈ, ਉਹ ਦੱਸ ਦਿੰਦਾ ਹੈ ਕਿ ਇਹ ਠੀਕ ਨਹੀਂ ਹੈ। ਜਿਵੇਂ ਸਰੀਰ ਦਾ ਕੋਈ ਅੰਗ ਨਕਾਰਾ ਹੋ ਜਾਂਦਾ ਹੈ ਅਤੇ ਸਾਨੂੰ ਪਤਾ ਲੱਗ ਜਾਂਦਾ ਹੈ। ਬੰਦੇ ਨੂੰ ਉੱਚੀ ਸੁਣਦਾ ਹੈ, ਆਪਾਂ ਸਮਝ ਸਕਦੇ ਹਾਂ ਕਿ ਇਸ ਦੀ ਸੁਣਨ ਸਮਰੱਥਾ 'ਚ ਫਰਕ ਹੈ। ਦਿਖਾਈ ਨਹੀਂ ਦਿੰਦਾ, ਚੰਗੇ ਢੰਗ ਨਾਲ ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ, ਤੁਰ ਨਹੀਂ ਸਕਦਾ। ਸਰੀਰ ਦੇ ਜਿਵੇਂ ਇਹਨਾਂ ਅੰਗਾਂ ਦੀ ਕਿਰਿਆ ਤੋਂ ਪਤਾ ਲੱਗ ਜਾਂਦਾ ਹੈ ਵੀ ਬੰਦਾ ਤੰਦਰੁਸਤ ਨਹੀਂ ਹੈ। ਇਸੇ ਤਰ੍ਹਾਂ ਦਿਮਾਗੀ ਸੰਤੁਲਨ ਵਿਗੜ ਜਾਏ ਅਤੇ ਉਹਦੀਆਂ ਵੀ ਨਿਸ਼ਾਨੀਆਂ ਬੰਦੇ ਦੇ ਵਿਹਾਰ ਤੋਂ, ਕਰਮ ਤੋਂ, ਉਸ ਦੇ ਅਮਲ ਤੋਂ ਪਤਾ ਲੱਗ ਜਾਂਦੀਆਂ ਨੇ। ਚੁਰਾਹੇ ਵਿੱਚ ਖੜਾ ਹੋਇਆ ਇੱਕ ਵਿਅਕਤੀ ਜਾਂ ਸੜਕ ਦੇ ਵਿਚਕਾਰ ਖੜਾ ਹੈ, ਆਉਣ ਜਾਣ ਵਾਲੀਆਂ ਗੱਡੀਆਂ ਹਾਰਨ ਦਿੰਦੀਆਂ ਨੇ, ਉਹ ਪਾਸੇ ਹਟਣ ਦਾ ਨਾਂ ਨਹੀਂ ਲੈ ਰਿਹਾ, ਅਜੀਬ ਕਿਸਮ ਦੀਆਂ ਹਰਕਤਾਂ ਕਰਦਾ ਹੈ। ਤਾਂ ਲੰਘਣ ਵਾਲੇ ਰਾਹੀ ਜਿਹੜੇ ਨੇ ਇਹ ਥੋੜ੍ਹਾ ਪੁੱਛਣਗੇ ਵੀ ਪਹਿਲਾਂ ਪਤਾ ਕੀਤਾ ਜਾਏ ਵੀ ਇਹ ਸੱਚਮੁੱਚ ਹੀ ਮਾਨਸਿਕ, ਸਰੀਰਕ ਜਾਂ ਦਿਮਾਗੀ ਤੌਰ 'ਤੇ ਬਿਮਾਰ ਹੈ। ਉਹਦੀ ਇਹ ਹਰਕਤ ਹੀ ਸਾਬਤ ਕਰ ਦੇਗੀ ਵੀ ਇਹ ਦਿਮਾਗੀ ਤੌਰ ਉੱਤੇ ਬਿਮਾਰ ਹੈ, ਰੋਗੀ ਹੈ। ਉਹਦੇ ਲਈ ਕੋਈ ਲੰਬਾ ਚੌੜਾ ਹਿਸਾਬ ਕਿਤਾਬ ਫੋਲਣ ਦੀ ਜਾਂ ਉਹਦਾ ਕੋਈ ਸਰਟੀਫਿਕੇਟ ਲਿਆਉਣ ਦੀ ਜ਼ਰੂਰਤ ਬਾਅਦ ਵਿੱਚ ਸ਼ਾਇਦ ਪੈ ਜਾਏ ਕਿਤੇ, ਪਰ ਉੱਥੇ ਨਹੀਂ ਹੈ। ਉਹਦੀ ਇਹ ਹਰਕਤ ਹੀ ਦਾਅਵਾ ਕਰਦੀ ਹੈ, ਸਾਬਤ ਕਰਦੀ ਹੈ ਕਿ ਇਹਦਾ ਦਿਮਾਗੀ ਤਵਾਜ਼ਨ ਠੀਕ ਨਹੀਂ। ਸਤਿਗੁਰੂ ਮਹਾਰਾਜ ਨੇ ਕਿਹਾ ਇਹ ਤਾਂ ਹੈ ਆਮ ਜੀਵਨ ਦੇ ਵਿੱਚ ਅਮਲ ਦੀ ਗੱਲ, ਜਿਹੜੇ ਅਸੀਂ ਸਲੀਕੇ ਤਰੀਕੇ ਮਿੱਥੇ ਨੇ, ਜਾਂ ਜਿਸ ਤਰ੍ਹਾਂ ਬੰਦਾ ਦਿਮਾਗੀ ਤੌਰ 'ਤੇ ਅਪਾਹਜ ਹੋ ਜਾਂਦਾ ਹੈ, ਸੰਤੁਲਨ ਤਵਾਜ਼ਨ ਵਿਗਾੜ ਲੈਂਦਾ ਹੈ, ਤਾਂ ਉੱਥੇ ਜਦੋਂ ਉਹਦੀਆਂ ਹਰਕਤਾਂ ਦੱਸ ਦਿੰਦੀਆਂ ਨੇ। ਪਰ ਮਹਾਰਾਜ ਨੇ ਆਖਿਆ ਮਨ ਦਾ ਵੀ ਇੱਕ ਬੌਰਾਪਨ ਹੁੰਦਾ ਹੈ। ਮਨੁੱਖ ਅੰਦਰੋਂ ਵੀ ਪਾਗਲਪਨ ਕਰਦਾ ਹੈ। ਉਹ ਪਾਗਲਪਨ ਇਸ ਨੂੰ ਕਈ ਵਾਰ ਅਜੀਬ ਕਿਸਮ ਦੀ ਸਿਚੁਏਸ਼ਨ ਵਿੱਚ, ਹਾਲਾਤ ਵਿੱਚ, ਮੁਸ਼ਕਿਲ ਵਿੱਚ ਘੇਰ ਦਿੰਦਾ ਹੈ। ਇਸ ਪਾਗਲਪਨ ਦੀਆਂ ਨਿਸ਼ਾਨੀਆਂ ਸਾਡੇ ਸਭਨਾਂ ਵਿੱਚ ਹੀ ਥੋੜ੍ਹੀਆਂ ਬਹੁਤੀਆਂ, ਬਹੁਤੀਆਂ ਜ਼ਿਆਦੀਆਂ, ਇਤਿਆਦਿਕ ਵੱਖ-ਵੱਖ ਲੈਵਲ ਦੇ ਉੱਤੇ ਮੌਜੂਦ ਹੁੰਦੀਆਂ ਨੇ। ਸਤਿਗੁਰੂ ਆਖਦੇ ਨੇ, ਜਦੋਂ ਕੋਈ ਕ੍ਰੋਧਵਸ ਹੋ ਕੇ ਭਰੀ ਹੋਈ ਸਭਾ ਦੇ ਵਿੱਚ ਵੱਡੇ ਛੋਟੇ ਦਾ ਪਿਆਰ ਤੇ ਤਮੀਜ਼ ਭੁੱਲ ਕੇ ਗੱਲ ਕਰਦਾ ਹੈ, ਤਾਂ ਸਮਝ ਲੈਣਾ ਚਾਹੀਦਾ ਵੀ ਇਸ ਵੇਲੇ ਇਹਦਾ ਦਿਮਾਗੀ ਤਵਾਜ਼ਨ ਠੀਕ ਨਹੀਂ। ਜ਼ੁਬਾਨ ਉਹ ਕੁਝ ਬੋਲੇਗੀ, ਦਿਮਾਗ ਜਿਹੜੀ ਗੱਲ ਦੀ ਜਕੜ ਵਿੱਚ ਹੋਏਗਾ, ਬੁੱਧੀ ਜਿਸ ਚੀਜ਼ ਦੇ ਪ੍ਰਭਾਵ ਥੱਲੇ ਆਏਗੀ। ਇੱਕ ਮਾਂ ਬਾਪ ਦੇ ਜਾਏ, ਇੱਕ ਪਰਿਵਾਰ ਵਿੱਚ ਜੰਮੇ ਪਲੇ ਤੇ ਪ੍ਰਵਾਨ ਚੜ੍ਹੇ, ਇੱਕ ਦੂਜੇ ਨਾਲ ਬੁਰਕੀ ਸਾਂਝੀ ਰਹੀ ਹੈ, ਇੱਕ ਦੂਜੇ ਦੇ ਕੱਪੜੇ ਵੀ ਦੋਵੇਂ ਭਰਾ ਪਹਿਨ ਲੈਂਦੇ ਸਨ। ਇੰਨੀ ਮੁਹੱਬਤ, ਇੰਨਾ ਪ੍ਰੇਮ, ਇੰਨਾ ਇਤਫਾਕ, ਅਚਾਨਕ ਇੱਕ ਦੇ ਮਨ ਵਿੱਚ ਲੋਭ ਆਉਂਦਾ ਹੈ ਅਤੇ ਜਿਹੜੀ ਪਿਤਾ ਵੱਲੋਂ ਮਿਲਦੀ ਹੋਈ ਬਰਾਬਰ ਦੀ ਜਾਇਦਾਦ ਹੈ, ਉਹਦੇ ਵਿੱਚੋਂ ਬਹੁਤਾ ਹਿੱਸਾ ਚਤੁਰਾਈ ਕਰਕੇ ਆਪ ਰੱਖ ਜਾਂਦਾ ਹੈ। ਇਹ
ਵਿਹਾਰ, ਇਹ ਕਰਮ ਨਿਸ਼ਚੈ ਹੀ ਨੀਵਾਂ ਕੰਮ ਸੀ। ਪਰ ਇਹ ਕਿਉਂ ਹੋਇਆ? ਜਿਸ ਵੇਲੇ ਸੁਰਤ, ਦਿਮਾਗ, ਬੁੱਧੀ ਦੇ ਉੱਤੇ ਲੋਭ ਦਾ ਪ੍ਰਭਾਵ ਹਾਵੀ ਹੋ ਗਿਆ ਵੀ ਮੇਰੇ ਕੋਲ ਬਹੁਤਾ ਹੋਏ, ਮੈਂ ਵੱਡਾ ਹੋਵਾਂ। ਕਿਸ ਦਾ ਹੱਕ ਮਾਰ ਰਿਹਾ? ਉਸ ਦਾ ਜਿਸ ਨਾਲ ਸਾਰੀ ਜ਼ਿੰਦਗੀ ਬੁਰਕੀ ਸਾਂਝੀ ਰਹੀ ਹੈ। ਇੱਕ ਮਾਂ ਬਾਪ ਦੇ ਜਾਏ ਨੇ, ਇੰਨੀ ਮੁਹੱਬਤ ਤੇ ਪ੍ਰੇਮ ਜਿਹੜਾ ਸੀ ਉਹ ਹਵਾ ਹੋ ਗਿਆ। ਲੋਭ ਨੇ ਅਨਕੰਟਰੋਲ ਕਰ ਦਿੱਤਾ ਹੈ ਸੁਰਤ ਨੂੰ। ਸਵਾਰਥਵਸ ਮਨੁੱਖ ਜਿਹੜਾ ਹੈ ਉਹ ਆਪਣਿਆਂ ਦਾ ਹੱਕ ਖਾਣ ਵਾਸਤੇ ਹੀ ਤਤਪਰ ਹੋ ਜਾਂਦਾ ਹੈ। ਨਾ ਮਨ ਵਿੱਚ ਦਇਆ ਆਈ, ਨਾ ਤਰਸ ਆਇਆ, ਨਾ ਪ੍ਰੇਮ ਜਾਗਿਆ, ਨਾ ਮੋਹ ਮੁਹੱਬਤ ਦਾ ਚੇਤਾ ਰਿਹਾ, ਨਾ ਪਿਛੋਕੜ ਦਾ ਖਿਆਲ ਰਿਹਾ। ਕਿੰਨਾ ਕੁਝ ਯਕੀਨ ਤੇ ਵਿਸ਼ਵਾਸ, ਭਰੋਸੇ ਤੇ ਸਾਂਝਾਂ, ਸਾਰਾ ਕੁਝ ਹੀ ਮਨੁੱਖ ਨੇ ਦਾਅ 'ਤੇ ਲਾ ਲਿਆ। ਸਤਿਗੁਰੂ ਆਖਦੇ ਨੇ ਬੰਦਾ ਇਹ ਹੌਲਾਪਨ ਕਮਾ ਲੈਂਦਾ ਜੀਵਨ 'ਚ, ਇਵੇਂ ਹੌਲਾ ਹੋ ਜਾਂਦਾ। ਹੋ ਸਕਦਾ ਦੌਲਤ ਪੱਖੋਂ ਤਕੜਾ ਹੋ ਜਾਏ, ਦੌਲਤ ਪੱਖੋਂ ਅਮੀਰ ਹੋ ਜਾਏ ਤੇ ਲੋਕ ਆਖਣ ਵੱਡਾ ਬੰਦਾ ਹੈ। ਪਰ ਜਿਹਦਾ ਉਹਨੇ ਹੱਕ ਮਾਰਿਆ ਉਹਨੂੰ ਪੁੱਛੋ, ਕਹੇਗਾ ਬੜਾ ਹੀ ਛੋਟਾ ਕੰਮ ਕੀਤਾ ਇਹਨੇ, ਬੜਾ ਹਲਕਾ ਕੰਮ ਕੀਤਾ, ਬੜਾ ਨਿੱਕਾ ਬੰਦਾ ਹੈ। ਕੀ ਹੋਇਆ ਜੇ ਪਦਾਰਥ ਦੇ ਢੇਰ ਉੱਤੇ ਬੈਠਾ ਹੈ? ਪਰ ਕਿਸੇ ਦੀ ਝੂਠ, ਕਿਸੇ ਦੀ ਵਸਤੂ ਖੋਹ ਕੇ ਇਹਨੇ ਕੰਮ ਚੰਗਾ ਨਹੀਂ ਕੀਤਾ, ਉਹ ਕੰਮ ਹਲਕਾ ਕੀਤਾ। ਕਰੈਕਟਰ ਦਾ ਬੜਾ ਹੌਲਾ ਹੈ। ਦੌਲਤ ਕਰਕੇ ਵੱਡਾ ਹੋਏਗਾ, ਉੱਚੀ ਪਦਵੀ ਤੇ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਕੁਝ ਅਜਿਹੇ ਹੀ ਭਾਵ ਜਿਹੜੇ ਨੇ ਉਹ ਬਿਆਨ ਕਰਕੇ ਦੱਸੇ ਨੇ। ਮਨ ਰੇ ਕਹਾ ਭਇਓ ਤੈਂ ਬੌਰਾ। ਹੇ ਮਨ, ਤੂੰ ਕਿਵੇਂ ਝੱਲਿਆਂ ਵਰਗਾ ਵਿਹਾਰ ਕਰਦਾ ਹੈ, ਕਿਵੇਂ ਤੂੰ ਪਾਗਲ ਹੋ ਗਿਆ। ਤੇਰੇ ਅੰਦਰ ਦੇ ਫੁਰਨੇ ਜਿਹੜੇ ਹਨ ਉਹ ਬੈਲੈਂਸ ਵਿੱਚ ਨਹੀਂ ਰਹੇ, ਸਹਿਜ ਵਿੱਚ ਨਹੀਂ ਰਹੇ। ਤੂੰ ਵਿਸ਼ੇ ਤੇ ਵਿਕਾਰਾਂ ਦੇ, ਮਾੜੀਆਂ ਆਦਤਾਂ ਦੇ ਔਰ ਮਾੜੇ ਫੁਰਨਿਆਂ ਦੇ ਪ੍ਰਭਾਵ ਥੱਲੇ ਆ ਗਿਆ ਤੇ ਹੌਲਾ ਤੇਰਾ ਕਿਰਦਾਰ ਜਿਹੜਾ ਬੜਾ ਹੌਲਾ ਹੋ ਗਿਆ। ਅਹਨਿਸ ਔਦ ਘਟੈ ਨਹੀਂ ਜਾਣੈ। ਇਸ ਪਾਗਲਪਨ ਸਦਕਾ ਹੀ ਤੈਨੂੰ ਜੀਵਨ ਦੀ ਸਚਾਈ ਚੇਤੇ ਨਹੀਂ, ਜੀਵਨ ਦਾ ਸੱਚ ਨਹੀਂ ਵੇਖ ਰਿਹਾ। ਉਹ ਸੱਚ ਕੀ ਹੈ? ਇਹ ਹਰ ਪਲ, ਹਰ ਸਾਹ ਦੇ ਨਾਲ, ਹਰ ਘੜੀ ਵਕਤ ਦੇ ਨਾਲ, ਅਹਨਿਸ ਦਾ ਮਤਲਬ ਹੈ ਦਿਨ ਰਾਤ, ਵਕਤ, ਸਮੇਂ ਦੇ ਨਾਲ ਸਮਾਂ ਬਤੀਤ ਹੋ ਰਿਹਾ ਹੈ ਤੇ ਉਮਰਾਂ ਘਟ ਰਹੀ ਹੈ, ਔਦ ਖਤਮ ਹੋ ਰਹੀ ਹੈ। ਤੇਰੀ ਜ਼ਿੰਦਗੀ ਗੁਜ਼ਰਦੀ ਤੁਰੀ ਜਾ ਰਹੀ ਹੈ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਨਾ ਕਈ ਤਰੀਕਿਆਂ ਦੀਆਂ ਤਸ਼ਬੀਹਾਂ, ਤੁਲਨਾਵਾਂ ਦਿੱਤੀਆਂ ਨੇ, ਉਦਾਹਰਣਾਂ ਦੇ ਕੇ। ਫੋਰ ਐਗਜ਼ਾਮਪਲ ਗੱਲ ਸਮਝਾਈਏ। ਦਰਿਆ ਦੇ ਕੰਢੇ ਜਿਹੜੇ ਨੇ, ਪਾਣੀ ਜਿਉਂ-ਜਿਉਂ ਵਗਦਾ ਹੈ ਤੇ ਉਹਨਾਂ ਦੇ ਕੰਢਿਆਂ ਨੂੰ ਖੋਰਦਾ ਜਾਂਦਾ ਹੈ ਤੇ ਉਹ ਢਿੱਗਾਂ ਡਿੱਗ ਡਿੱਗ ਕੇ ਦਰਿਆ ਦਾ ਵਹਿਣ ਵੀ ਹੌਲੀ-ਹੌਲੀ ਬਦਲ ਜਾਂਦਾ ਹੈ। ਫਿਰ ਸਤਿਗੁਰੂ ਨੇ ਇੱਕ ਰੁੱਖ ਦੀ ਵੀ ਤੁਲਨਾ ਕੀਤੀ। ਇੱਕ ਰੁੱਖ ਜਿਹੜਾ ਪਾਣੀ ਦੇ ਕੰਢੇ ਦੇ ਉੱਤੇ ਖੜਾ ਹੈ, ਉਹਦੀਆਂ ਜੜ੍ਹਾਂ ਨਾਲੋਂ ਵਗਦਾ ਹੋਇਆ ਪਾਣੀ ਮਿੱਟੀ ਖੋਰ ਕੇ ਲਈ ਜਾਂਦਾ ਹੈ ਤੇ ਉਹਦੀ ਜੜ੍ਹ ਨੰਗੀ ਕਰ ਜਾਂਦਾ ਹੈ। ਹਵਾ ਦਾ ਥੋੜ੍ਹਾ ਜਿਹਾ ਵੇਗ ਆਉਂਦਾ ਹੈ ਤੇ ਹਨੇਰੀ ਦੇ ਨਾਲ ਉਹ ਦਰਖਤ ਜ਼ਮੀਨ 'ਤੇ ਡਿੱਗ ਪੈਂਦਾ, ਕਿਉਂਕਿ ਉਹਦੀਆਂ ਜੜ੍ਹਾਂ ਪਾਣੀ ਨੇ ਖੋਖਲੀਆਂ ਕਰ ਦਿੱਤੀਆਂ ਸਨ ਮਿੱਟੀ ਖੋਰ ਕੇ। ਜਿਹੜਾ ਵਕਤ ਹੈ, ਵਕਤ ਸਾਨੂੰ ਉਸ ਇਹ ਜਿਹੜਾ ਸਮਾਂ ਗੁਜ਼ਰਦਾ ਜਾ ਰਿਹਾ ਨਾ ਜੀਵਨ ਦਾ, ਸਾਡਾ ਉਹ ਪਲ ਨੇੜੇ ਆਉਂਦਾ ਤੁਰਿਆ ਜਾ ਰਿਹਾ ਜਿੱਥੇ ਇੱਕ ਛੋਟੇ ਜਿਹੇ ਕਾਰਨ ਤੇ ਬਹਾਨੇ ਦੀ ਲੋੜ ਪਏਗੀ ਤੇ ਇਹ ਜੀਵਨ ਲੀਲਾ ਉਸੇ ਵੇਲੇ ਸਮਾਪਤ ਹੋ ਜਾਏਗੀ ਵਕਤ ਆਉਣ ਦੇ ਉੱਤੇ। ਸਮਾਂ ਸਾਨੂੰ ਪੈਦਾ ਵੀ ਕਰਦਾ ਹੈ ਤੇ ਸਮਾਂ ਸਾਨੂੰ ਖੋਰਾ ਵੀ ਲਾਉਂਦਾ ਹੈ। ਸਾਡੀ ਜ਼ਿੰਦਗੀ ਦੇ ਵਕਤ ਨੂੰ ਖੋਰਦਾ ਵੀ ਜਾ ਰਿਹਾ, ਵਹਾਉਂਦਾ ਵੀ ਜਾ ਰਿਹਾ, ਆਪਣੇ ਨਾਲ ਵੀ ਲਈ ਜਾ ਰਿਹਾ। ਇੱਕ ਹੋਰ ਸਤਿਗੁਰੂ ਨੇ ਉਦਾਹਰਣ ਦਿੱਤੀ ਹੈ। ਮਿੱਟੀ ਦੇ ਕੋਰੇ ਭਾਂਡੇ ਵਿੱਚ ਪਾਣੀ ਪਾ ਕੇ ਰੱਖ ਕੇ, ਭਰ ਕੇ ਉਹਨੂੰ ਰੱਖ ਦਿੱਤਾ ਜਾਏ ਤਾਂ ਉਹਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਨਾ ਪਾਣੀ ਸਿਮਦਾ ਜਾਂਦਾ ਹੈ ਤੇ ਉਹ ਘੜਾ ਹੌਲੀ ਹੌਲੀ ਖਾਲੀ ਹੋ ਜਾਂਦਾ ਹੈ। ਸਤਿਗੁਰੂ ਆਖਦੇ ਨੇ ਸਰੀਰ ਦਾ ਭਾਂਡਾ ਸਾਹਾਂ ਦੇ ਪਾਣੀ ਨਾਲ ਭਰਿਆ ਹੈ। ਕੁਦਰਤ ਨੇ, ਕਾਦਰ ਨੇ, ਜਿਉਂ-ਜਿਉਂ ਅਸੀਂ ਸਾਹ ਲੈ ਰਹੇ ਹਾਂ, ਭਾਰ ਸਮਾਂ ਬਤੀਤ ਕਰ ਰਹੇ, ਸਮੇਂ ਨਾਲ ਅਸੀਂ ਹੰਢ ਰਹੇ ਹਾਂ, ਪੁਰਾਣੇ ਹੋ ਰਹੇ ਹਾਂ। ਵਕਤ ਨਾਲ ਸਾਡਾ ਜੀਵਨ ਜਿਹੜਾ ਸਰੀਰ
ਉਹ ਹੌਲੀ ਹੌਲੀ ਹੰਡ ਹੰਡ ਕੇ ਪੁਰਾਣਾ ਤੇ ਜਰਜਰਾ ਹੋ ਜਾਂਦਾ। ਜੇ ਕੋਈ ਆਮ ਕਾਰਨ ਦੁਰਘਟਨਾ ਜੀਵਨ ਵਿੱਚ ਨਾ ਵੀ ਵਾਪਰੇ ਤਾਂ ਵੀ ਓੜਕ ਨੂੰ ਇਹ ਸਰੀਰ ਪੁਰਾਣਾ ਹੋ ਕੇ, ਖੀਣ ਹੋ ਕੇ, ਜਰਜਰਾ ਹੋ ਕੇ ਅਖੀਰ ਨੂੰ ਖਤਮ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਐਸੀਆਂ ਉਦਾਹਰਨਾਂ ਬਾਣੀ 'ਚ ਇਸ ਕਰਕੇ ਦਿੰਦੇ ਨੇ ਵੀ ਮਨੁੱਖ ਨੂੰ ਚੇਤੇ ਵਿੱਚ ਰਹੇ ਵੀ ਵਕਤ ਗੁਜ਼ਰ ਰਿਹਾ, ਸਰੀਰ ਪੁਰਾਣਾ ਹੋ ਰਿਹਾ ਤੇ ਜਨਮ ਤੋਂ ਲੈ ਕੇ ਮੌਤ ਵਾਲੇ ਪਾਸੇ ਨੂੰ ਤੇਰਾ ਸਫ਼ਰ ਜਿਹੜਾ ਨਾ ਉਹ ਦਿਨ ਬ ਦਿਨ ਤੂੰ ਮੌਤ ਦੇ ਉਸ ਵਕਤ ਦੇ ਨੇੜੇ ਹੁੰਦਾ ਜਾ ਰਿਹਾ, ਤੂੰ ਸਮੇਂ ਦੇ ਨੇੜੇ ਹੁੰਦਾ ਜਾ ਰਿਹਾ ਜਿੱਥੇ ਤੇਰੇ ਪ੍ਰਾਣ ਪੰਖੇਰੂ ਤੇਰੇ ਸਰੀਰ ਵਿੱਚੋਂ ਉੱਡ ਜਾਣਗੇ। ਇਹ ਵਕਤ ਸਭਨਾਂ ਉੱਤੇ ਆ ਰਿਹਾ, ਤੇਰੇ ਉੱਤੇ ਵੀ ਆਏਗਾ। ਤੂੰ ਇਸ ਤੋਂ ਮੁਕਤ ਨਹੀਂ ਹੈ, ਤੂੰ ਵੱਖਰਾ ਨਹੀਂ ਹੈ। ਸਾਹਿਬ ਸਤਿਗੁਰੂ ਮਹਾਰਾਜ ਨੇ ਕਿਹਾ ਅਹਨਿਸ ਔਦ ਘਟੈ ਨਹੀਂ ਜਾਣੈ। ਨਹੀਂ ਜਾਣਨੇ ਦਾ ਭਾਵ ਇਹ ਨਹੀਂ ਵੀ ਬੰਦੇ ਨੂੰ ਬੌਧਿਕ ਪੱਧਰ ਤੇ ਪਤਾ ਨਹੀਂ ਵੀ ਮੌਤ ਆਉਂਦੀ ਹੈ, ਬੰਦਾ ਜੰਮਦਾ ਤੇ ਮਰ ਜਾਂਦਾ, ਪਤਾ ਹੈ ਪਰ ਅਹਿਸਾਸ ਨਹੀਂ। ਇੱਥੇ ਨਹੀਂ ਜਾਣਨੇ ਦਾ ਮਤਲਬ ਹੈ ਅਹਿਸਾਸ ਨਹੀਂ, ਇਸ ਸੱਚ ਦਾ ਅਨੁਭਵ ਨਹੀਂ ਹੋ ਰਿਹਾ ਤੈਨੂੰ। ਨੌਲੇਜ ਤੇ ਹੈ, ਕਿਹਨੂੰ ਨਹੀਂ ਪਤਾ ਇਸ ਸੰਸਾਰ ਵਿੱਚ, ਪਰ ਅਹਿਸਾਸ ਨਹੀਂ ਹੈ। ਅਹਿਸਾਸ ਨਾ ਹੋਣ ਕਰਕੇ ਬੰਦਾ ਦਲੀਲ ਕੀ ਕਰ ਲੈਂਦਾ, ਕਹਿੰਦੇ ਫਿਰ ਕੀ ਹੈ ਮਰਨਾ ਤਾਂ। ਜਿੰਨਾ ਚਿਰ ਜੀਣਾ ਭਾਵੇਂ ਮੈਂ ਪਾਪ ਕਰਕੇ ਜੀਵਾਂ, ਲੋਭ ਕਰਕੇ ਜੀਵਾਂ, ਅਹੰਕਾਰ ਕਰਕੇ ਜੀਵਾਂ, ਪਰਾਇਆ ਹੱਕ ਮਾਰ ਕੇ ਜੀਵਾਂ, ਫਿਰ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਜਾਣਾ, ਅਹਿਸਾਸ ਨਹੀਂ। ਜਿਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਅਜੈ ਨਾ ਪਤੀਣੋ ਹੈ, ਤੇਰਾ ਮਨ ਅਜੇ ਵੀ ਇਸ ਸੱਚਾਈ ਵਿੱਚ ਪਤੀਜਦਾ ਨਹੀਂ ਵੀ ਇਹ ਸਭ ਬਿਨਸ ਜਾਏਗਾ, ਸਭ ਕਾਫੂਰ ਹੋ ਜਾਏਗਾ, ਸਭ ਕੁਝ ਨਾਸ਼ ਹੋਣ ਵਾਲਾ ਹੈ। ਤੇ ਸਤਿਗੁਰੂ ਕਹਿੰਦੇ ਤੂੰ ਆਪਣਾ ਆਤਮਿਕ ਜੀਵਨ ਕੱਖੋਂ ਹੌਲਾ ਕਰ ਰਿਹਾ, ਕਮਜ਼ੋਰ ਕਰ ਰਿਹਾ ਆਪਣਾ ਆਤਮਿਕ ਜੀਵਨ। ਉਹ ਕਿਵੇਂ? ਭਇਓ ਲੋਭ ਸੰਗ ਹੌਰਾ। ਹੌਰਾ ਦਾ ਮਤਲਬ ਹੈ ਹੌਲਾ ਕਰ ਲੈਣਾ, ਕਮਜ਼ੋਰ ਕਰ ਲੈਣਾ। ਸਤਿਗੁਰੂ ਕਹਿੰਦੇ ਤੂੰ ਆਤਮਿਕ ਪੱਖੋਂ ਬੜਾ ਹੌਲਾ ਹੈ, ਬੜਾ ਕਮਜ਼ੋਰ ਹੈ ਤੂੰ। ਇੱਕ ਦੋ ਉਦਾਹਰਨਾਂ ਤੁਹਾਨੂੰ ਦਿੰਦਾ ਵੀ ਬੰਦਾ ਕਈ ਵਾਰ ਫਿਜ਼ੀਕਲੀ ਸਰੀਰਕ ਰੂਪ 'ਚ, ਸਮਾਜਿਕ ਰੂਪ 'ਚ ਬੜਾ ਕੁਝ ਕਮਾ ਲੈਂਦਾ, ਪਰ ਜਿਹੜੇ ਕੁਕਰਮ ਕਰਦਾ ਨੇ ਉਹ ਬੰਦੇ ਦੀ ਆਤਮਾ ਨੂੰ, ਬੰਦੇ ਦੀ ਸੁਰਤ ਨੂੰ ਕਮਜ਼ੋਰ, ਨਕਾਰਾ ਤੇ ਬਿਮਾਰ ਕਰ ਦਿੰਦੇ ਨੇ। ਇਹ ਉਦਾਹਰਣ ਵਾਤ ਹੈ, ਇਹਨੂੰ ਸਮਝਣਾ ਹੈ। ਆਖਦੇ ਨੇ ਔਰੰਗਜ਼ੇਬ ਜਿਸ ਨੇ ਆਪਣਾ ਸਾਰਾ ਜੀਵਨ ਬੜੀ ਤੜ ਨਾਲ ਗੁਜ਼ਾਰਿਆ ਸੀ, ਉਹਨੇ ਆਪਣੀ ਕਦੇ ਹੇਠੀ ਨਹੀਂ ਸੀ ਹੋਣ ਦਿੱਤੀ। ਆਪਣੇ ਪਿਓ ਨੂੰ ਉਸਨੇ ਕੈਦ ਕੀਤਾ, ਸ਼ਾਹਜਹਾਨ ਨੂੰ, ਭਰਾਵਾਂ ਨੂੰ ਹਰਾਇਆ ਜੰਗ ਵਿੱਚ ਤੇ ਕਈਆਂ ਨੂੰ ਕਤਲ ਕੀਤਾ। ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਉਹਨੇ ਕਈ ਮਹੀਨੇ ਕੈਦ ਵਿੱਚ ਰੱਖਿਆ ਸੀ। ਸੂਫੀ ਫਕੀਰ ਉਸਨੇ ਤਲਵਾਰ ਦੀ ਧਾਰ ਹੇਠੋਂ ਲੰਘਾ ਦਿੱਤੇ, ਲੋਕਾਂ 'ਤੇ ਸਖਤੀਆਂ ਕੀਤੀਆਂ, ਜ਼ਬਰਦਸਤੀਆਂ ਕੀਤੀਆਂ। ਸ਼ਰਮਦ ਵਰਗੇ ਫਕੀਰ ਵੀ ਉਹਦੇ ਕਾਰਜਕਾਲ ਵਿੱਚ ਹੀ ਕਤਲ ਕੀਤੇ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ 3 ਸਿੱਖਾਂ ਸਹਿਤ ਸ਼ਹਾਦਤ ਵੀ ਉਹਦੇ ਕਾਰਜਕਾਲ ਵਿੱਚ ਹੀ ਹੋਈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜਿਹੜੀਆਂ ਜੰਗਾਂ ਹੋਈਆਂ, ਪਹਾੜੀ ਰਾਜਿਆਂ ਦੇ ਰਾਹੀਂ ਹੋਈਆਂ ਜਾਂ ਪਹਾੜੀ ਰਾਜਿਆਂ ਦੇ ਨਾਲ ਰਲ ਕੇ ਉਹਨ ਕੀਤੀਆਂ, ਉਹਦੀ ਫੌਜ ਸਾਰੀ ਜ਼ਿੰਮੇਵਾਰੀ ਬਾਦਸ਼ਾਹ ਦੇ ਸਿਰ ਤੇ ਆਉਂਦੀ ਹੈ। ਕਿੰਨਾ ਕੁਝ ਵਾਪਰਿਆ ਆਪਾਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ। ਜ਼ਿੰਦਗੀ ਦਾ ਸਫ਼ਰ ਗੁਜ਼ਰ ਗਿਆ, ਲੋਕਾਂ ਨੂੰ ਦਬਾਉਂਦਿਆਂ, ਮਾਰਦਿਆਂ, ਕੁੱਟਦਿਆਂ, ਵਿਰੋਧੀਆਂ ਨੂੰ ਕਤਲ ਕਰਦਿਆਂ, ਸ਼ਹੀਦ ਕਰਦਿਆਂ, ਵੱਡੀਆਂ ਵੱਡੀਆਂ ਮੁਹਿੰਮਾਂ ਸਰ ਕਰਦਿਆਂ ਤੇ ਬਗਾਵਤਾਂ ਨੂੰ ਕੁਚਲਦਿਆਂ। ਹੁਣ ਜ਼ਿੰਦਗੀ ਦੇ ਇਸ ਮੋੜ ਦੇ ਉੱਤੇ ਜਿੱਥੇ ਬੁੱਢਾ ਹੋ ਚੁੱਕਾ ਹੈ, ਇਤਿਹਾਸਕਾਰਾਂ ਨੇ ਇੱਕ ਗੱਲ ਲਿਖੀ, ਕਹਿਣ ਲੱਗੇ ਉਹਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਚਿੱਠੀ ਲਿਖੀ। ਚਿੱਠੀ ਦੇ ਵਿੱਚ ਉਸਨੇ ਲਿਖਿਆ, ਭਾਵੇਂ ਬੰਦਾ ਇਸ ਸੰਸਾਰ ਵਿੱਚ ਖਾਲੀ ਹੱਥ ਆਉਂਦਾ ਹੈ, ਮੈਂ ਵੀ ਖਾਲੀ ਹੱਥ ਆਇਆ ਸਾਂ, ਪਰ ਮੈਂ ਇਸ ਸੰਸਾਰ ਦੇ ਵਿੱਚੋਂ ਪਾਪਾਂ ਦੀ ਭਾਰੀ ਪੰਡ ਬੰਨ੍ਹ ਕੇ ਆਪਣੇ ਨਾਲ ਲੈ ਕੇ ਜਾ ਰਿਹਾ। ਮੈਂ ਸਮਝਦਾ ਵੀ ਮੈਂ ਬੜੇ ਗੁਨਾਹ ਕੀਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਇਹ ਅਹਿਸਾਸ ਕਹਿੰਦੇ ਨੇ ਉਹ ਬੜਾ ਪਰੇਸ਼ਾਨ ਰਹਿੰਦਾ ਸੀ ਤੇ ਅੰਦਰੋਂ ਅਪਸੈਟ ਹੋ ਗਿਆ। ਪਰੇਸ਼ਾਨੀ ਦੀ ਅਵਸਥਾ ਤੇ ਸਰੀਰ ਦੇ ਰੋਗ ਦੋਵਾਂ ਚੀਜ਼ਾਂ ਨੇ ਉਹਨੂੰ ਘੇਰ ਲਿਆ ਤੇ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਕੂਚ ਕਰ ਗਿਆ।
ਉਸ ਦਾ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਤਖੱਲਸ ਨਾਲ ਦਿੱਲੀ ਦੇ ਤਖਤ ਤੇ ਬੈਠਿਆ। ਸਿੱਖ ਇਤਿਹਾਸ ਨੂੰ ਪੜ੍ਹੋ ਨਾ, ਸਿੱਖਾਂ ਦੇ ਆਮ ਕਤਲ ਦਾ ਇੱਕ ਹੁੰਦਾ ਨਾ, ਖਾਸ ਬੰਦੇ ਚੁਣ ਕੇ ਜਿਹੜੇ ਸਰਕਾਰ ਦੇ ਵਿਰੋਧੀ ਹੋਣ ਜਾਂ ਸਰਕਾਰ ਦੇ ਵਿਰੁੱਧ ਬਗਾਵਤ ਕਰਨ, ਉਹਨਾਂ ਵਿਰੋਧੀਆਂ ਦੀ ਨਿਸ਼ਾਨਦੇਹੀ ਕਰਕੇ ਵੀ ਕਿਹੜਾ ਬੰਦਾ ਹੈ, ਉਸ ਬੰਦੇ ਨੂੰ ਬਿਲੇ ਲਾਉਣਾ ਜਾਂ ਉਹਦੇ ਖਿਲਾਫ ਕਾਰਵਾਈ ਕਰਨੀ, ਉਹਨੂੰ ਕਿਹਾ ਜਾਂਦਾ ਹੈ ਖਾਸ ਲੋਕਾਂ ਦੇ ਉੱਤੇ ਨਿਗਾਹ ਰੱਖਣੀ। ਇੱਕ ਹੁੰਦਾ ਕਤਲੇਆਮ। ਕਤਲੇਆਮ ਦਾ ਮਤਲਬ ਹੁੰਦਾ ਵੀ ਇਹ ਨਹੀਂ ਪਰਖ ਕਰਨੀ ਵੀ ਇਹਨਾਂ 'ਚੋਂ ਕਿਸੇ ਨੇ ਸਾਡਾ ਵਿਰੋਧ ਕੀਤਾ ਕਿ ਨਹੀਂ ਕੀਤਾ, ਬਸ ਇਹ ਵੇਖਣਾ ਵੀ ਇਸ ਮਜ਼ਹਬ ਦਾ ਬੰਦਾ ਹੋਵੇ, ਇਸ ਧਰਮ ਦਾ ਬੰਦਾ ਹੈ, ਇਸ ਪਹਿਰਾਵੇ ਵਾਲਾ ਬੰਦਾ ਹੈ, ਇਹ ਭਾਸ਼ਾ ਬੋਲਦਾ, ਇਸ ਜਗ੍ਹਾ ਦਾ ਰਹਿਣ ਵਾਲਾ, ਉੱਥੋਂ ਦੇ ਸਾਰੇ ਲੋਕਾਂ ਨੂੰ ਇੱਕ ਸਿਰੇ ਤੋਂ ਲੈ ਕੇ ਦੋਸ਼ੀ ਮੰਨ ਲੈਣਾ ਤੇ ਉਹਨਾਂ ਨੂੰ ਕਤਲ ਕਰਨਾ। ਸਿੱਖਾਂ ਦੇ ਖਿਲਾਫ ਪਹਿਲਾ ਫਰਮਾਨ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੇ ਜਾਰੀ ਕੀਤਾ ਸੀ ਸਿੱਖਾਂ ਦੀ ਕਤਲੇਆਮ ਦਾ। ਉਹਨੇ ਕਿਹਾ ਸੀ ਨਾਨਕ ਪ੍ਰਸਤ ਕੋਈ ਵੀ ਸਿੱਖ ਜਿਉਂਦਾ ਨਹੀਂ ਛੱਡਣਾ। ਇਹਦਾ ਭਾਵ ਹੁੰਦਾ ਸੀ ਸਿੱਖਾਂ ਤੇ ਦਹਿਲ ਪਾਉਣਾ, ਡਰ ਪੈਦਾ ਕਰਨਾ। ਤੇ ਤੁਸੀਂ ਅੰਦਾਜ਼ਾ ਲਾਓ ਵੀ ਜਿੱਥੇ ਬਾਦਸ਼ਾਹ ਐਡਾ ਗੈਰ ਜ਼ਿੰਮੇਵਾਰੀ ਵਾਲਾ ਬਿਆਨ ਦੇ ਰਿਹਾ ਹੋਵੇ, ਉੱਥੇ ਅਫਸਰ ਕਿਸੇ ਦੀ ਸੁਣਦੇ ਨੇ? ਸਿਪਾਹੀਆਂ ਨੂੰ ਖੁੱਲ੍ਹ ਮਿਲ ਜਾਂਦੀ ਹੈ, ਉਹਨਾਂ ਨੂੰ ਇੱਕ ਹਲਕਾ ਹੋ ਜਾਂਦਾ ਵੀ ਕੋਈ ਵੀ ਨਾਨਕ ਪ੍ਰਸਤ ਸਿੱਖ ਮਿਲ ਜਾਏ, ਉਹ ਫਿਰ ਜਿੰਨੇ ਵਿਰੋਧੀ ਹੋਣਗੇ, ਜਿੰਨੇ ਉਹਨਾਂ ਨੂੰ ਨਜ਼ਰ ਆਉਣਗੇ, ਆਪਣੇ ਆਕਾਵਾਂ ਆਪਣੇ ਮਾਲਕਾਂ ਦੀ ਖੁਸ਼ੀ ਹਾਸਲ ਕਰਨ ਵਾਸਤੇ ਉਹ ਕਿਵੇਂ ਬੇਦੋਸ਼ੀਆਂ ਨੂੰ ਕਤਲ ਕਰਨਗੇ ਤੇ ਕੋਹਰਾਮ ਮਚਾ ਦੇਣਗੇ ਸਮਾਜ ਵਿੱਚ, ਇਹ ਚੀਜ਼ ਸਮਝਣ ਵਾਲੀ ਹੈ। ਉਹਨੇ ਆਪਣੀ ਜ਼ਿੰਦਗੀ 'ਚ 2 ਵਾਰ ਇਹ ਫਰਮਾਨ ਜਾਰੀ ਕੀਤਾ ਸਿੱਖਾਂ ਦੇ ਕਤਲੇਆਮ ਦਾ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੁਹਿੰਮਾਂ ਉਸ ਸਮੇਂ ਚੱਲ ਰਹੀਆਂ ਸਨ ਜਦੋਂ ਉਹਨੇ ਇਹ ਫਰਮਾਨ ਜਾਰੀ ਕੀਤੇ। ਕਿਵੇਂ ਸਿੱਖਾਂ ਨੂੰ ਕੋਹਿਆ ਗਿਆ, ਕਿਵੇਂ ਕਤਲ ਕੀਤਾ ਗਿਆ, ਘਰ ਘਾਟ ਤਬਾਹ ਕੀਤੇ ਗਏ, ਜੇਲ੍ਹਾਂ 'ਚ ਡੱਕੇ ਗਏ, ਜਾਇਦਾਦਾਂ ਕੁਰਕ ਹੋਈਆਂ, ਕਿਵੇਂ ਉਹਨਾਂ ਦਾ ਕਤਲੇਆਮ ਮਚਾਇਆ। ਇਹ ਸਾਰਾ ਕੁਝ ਉਹਨਾਂ ਕੀਤਾ ਵੀ, ਕਰਵਾਇਆ ਵੀ, ਵੇਖਿਆ ਵੀ, ਸੁਣਿਆ ਵੀ, ਸਾਰਾ ਕੁਝ ਉਹਦੇ ਆਲੇ ਦੁਆਲੇ ਵਾਪਰ ਰਿਹਾ ਸੀ। ਉਹਦੀ ਜ਼ਿੰਦਗੀ ਦਾ ਆਖਰੀ ਸਮਾਂ ਲਿਖਦਿਆਂ ਹੋਇਆ ਇਤਿਹਾਸਕਾਰਾਂ ਨੇ ਲਿਖਿਆ, ਕਲਾਨੌਰ ਲਾਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਮੁਹਿੰਮ ਲੈ ਕੇ ਆਇਆ ਹੋਇਆ ਸੀ ਉਹਨਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ, ਉਹਦਾ ਦੂਰ ਇੱਕ ਖੈਮਾ ਲੱਗਾ ਹੋਇਆ, ਕੈਂਪ ਲੱਗਾ ਹੋਇਆ ਫੌਜ ਦਾ। ਉਹ ਮਾਨਸਿਕ ਤੌਰ 'ਤੇ ਇੰਨਾ ਕਮਜ਼ੋਰ ਹੋ ਗਿਆ ਸੀ, ਕਹਿੰਦੇ ਨੇ ਵੀ ਰਾਤ ਨੂੰ ਉਹ ਆਪਣੇ ਖੈਮੇ ਦੇ ਵਿੱਚ ਸੁੱਤਾ ਹੋਇਆ, ਆਪਣੇ ਸ਼ਾਮਿਆਨੇ ਦੇ ਵਿੱਚ। ਹੁਣ ਬਾਦਸ਼ਾਹਾਂ ਦਾ ਕਿਹੋ ਜਿਹਾ ਰੁਤਬਾ ਹੁੰਦਾ ਸੀ, ਕਿੰਨੀ ਸੁਰੱਖਿਆ, ਕਿੰਨਾ ਚੰਗਾ ਖਾਣ ਪਹਿਰਾਣ ਪਹਿਨਣ, ਕਿੰਨਾ ਕੁਝ। ਬਾਦਸ਼ਾਹਾਂ ਦੇ ਜਿਹੜੇ ਠਾਠ ਨੇ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਦੌਲਤ ਦੀ ਇੰਨੀ ਚਕਾਚੌਂਧ ਹੈ, ਹਰ ਸਾਜੋ ਸਮਾਨ ਉਹਨਾਂ ਦੀ ਸਹੂਲਤ ਲਈ ਮੌਜੂਦ ਹੈ। ਸੁੰਦਰ ਗਲੀਚੇ ਵਿਛਦੇ ਨੇ, ਭਾਵੇਂ ਉਹ ਜੰਗਲਾਂ ਵਿੱਚ ਰਹਿਣਾ ਚਾਹੁਣ ਤੇ ਭਾਵੇਂ ਮਹਿਲਾਂ ਵਿੱਚ ਰਹਿਣਾ ਚਾਹੁਣ। ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਨੌਕਰ ਚਾਕਰ ਤੇ ਸਾਜੋ ਸਮਾਨ ਦੀ ਕੋਈ ਕਮੀ ਨਹੀਂ ਹੁੰਦੀ। ਹਵਾ ਦੇ ਨਾਲ ਰਾਤ ਨੂੰ ਤੇਜ਼ ਹਵਾ ਵਗੀ ਤੇ ਸ਼ਮਿਆਨੇ ਦਾ ਪੱਲਾ ਹਿੱਲਿਆ ਤੇ ਉੱਠ ਕੇ ਬਹਿ ਜਾਂਦਾ। ਉਹ ਘੋੜਿਆਂ ਦੇ ਹਿਣਕਣ ਦੀ ਆਵਾਜ਼ ਆਉਂਦੀ ਤੇ ਉੱਠ ਕੇ ਬੈਠ ਜਾਂਦਾ। ਇੰਨਾ ਪਰੇਸ਼ਾਨ ਹੋਇਆ। ਦੂਰ ਦਰਾਜ ਜੰਗਲਾਂ ਦੇ ਵਿੱਚ ਪਸ਼ੂਆਂ ਦੇ ਬੋਲਣ ਦੀ, ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਂਦੀ, ਬਿੱਲੀਆਂ ਦੇ ਰੋਣ ਦੀ ਆਵਾਜ਼ ਆਉਂਦੀ ਤੇ ਇਤਿਹਾਸਕਾਰ ਕਹਿੰਦੇ ਨੇ ਉਹ ਪਰੇਸ਼ਾਨ ਉੱਠ ਕੇ ਬਹਿ ਜਾਂਦਾ। ਵੈਦ ਉਹਦੇ ਸਰਾਣੇ ਖੜੇ ਰਹਿੰਦੇ। ਇਹ ਕਿਉਂ ਸੀ? ਇਹ ਇੱਕ ਮਾਨਸਿਕ ਰੋਗ, ਇੱਕ ਡਰ, ਇੱਕ ਦਹਿਸ਼ਤ ਉਹਦੇ ਅੰਦਰ। ਉਹ ਕਿਉਂ ਹੁੰਦਾ ਹੈ? ਕੋਈ ਚੀਜ਼ ਹੈ ਜਿਸ ਨੇ ਉਹਨੂੰ ਕਮਜ਼ੋਰ ਕੀਤਾ। ਜਿਵੇਂ ਸਰੀਰ ਨੂੰ ਕੋਈ ਚੀਜ਼ਾਂ ਇਫੈਕਟ ਕਰ ਜਾਂਦੀਆਂ ਨਾ, ਉਹ ਸਰੀਰ ਕਮਜ਼ੋਰ ਹੋ ਜਾਂਦਾ। ਇਸੇ ਤਰ੍ਹਾਂ ਮਾਨਸਿਕ ਇਫੈਕਟ ਵੀ ਹੁੰਦੇ ਨੇ। ਕੋਈ ਚੀਜ਼ ਹੈ ਜਿਹੜੀ ਉਹਨੂੰ ਅੰਦਰੇ ਅੰਦਰ ਖਾ ਰਹੀ ਹੈ ਤੇ ਅੰਦਰੇ ਅੰਦਰ ਡਰ ਪੈਦਾ ਕਰ ਰਹੀ ਹੈ। ਬੇਦੋਸ਼ੀਆਂ ਦੇ ਕਤਲ, ਬੇਗੁਨਾਹਾਂ ਤੇ ਜਿਹੜੇ ਉਹਨੇ ਜ਼ੁਲਮ ਕਰਵਾਏ ਤੇ ਕੀਤੇ, ਜੋ ਉਹਨੇ ਕੁਹਰਾਮ ਆਪਣੇ ਜੀਵਨ 'ਚ ਮਚਾਇਆ, ਆਪਣੇ ਪਿਓ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦਿਆਂ ਹੋਇਆਂ, ਉਹ ਪਾਪ ਬੰਦੇ ਦਾ ਕਦੇ ਖਹਿੜਾ ਨਹੀਂ ਛੱਡਦਾ। ਜਦੋਂ ਜ਼ੋਰ ਹੁੰਦਾ ਹੈ ਨਾ, ਉਸ ਵੇਲੇ ਤੇ ਬੰਦਾ ਕਰੀ ਜਾਂਦਾ ਇੱਕ ਵੇਗ ਦੇ ਵਿੱਚ, ਇੱਕ ਫਲੋ ਦੇ ਵਿੱਚ।
ਪਰ ਸੱਚਾਈ ਹੈ ਵੀ ਉਹ ਚੀਜ਼ ਤੁਹਾਡੇ ਅੰਦਰ ਆਪਣਾ ਪ੍ਰਭਾਵ ਜਮਾ ਕੇ ਬਹਿ ਜਾਂਦੀ, ਤੁਸੀਂ ਉਹਦੇ ਤੋਂ, ਉਹ ਤੁਹਾਡਾ ਪਰਛਾਵਾਂ ਬਣਦੀ ਹੈ, ਤੁਸੀਂ ਉਹ ਤੋਂ ਭੱਜ ਨਹੀਂ ਸਕਦੇ, ਉਹ ਤੁਹਾਡੇ ਨਾਲ ਰਹਿੰਦੀ ਹੈ ਸਦਾ। ਲੋਕਾਂ ਸਾਹਮਣੇ ਭਾਵੇਂ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਬੜਾ ਨਿਡਰ, ਮੈਨੂੰ ਕੋਈ ਪਰਵਾਹ ਨਹੀਂ, ਪਰ ਸੱਚਾਈ ਇਹ ਹੁੰਦੀ ਹੈ ਵੀ ਤੁਹਾਡਾ ਅੰਤਰ-ਆਤਮਾ, ਤੁਹਾਡਾ ਅੰਦਰ ਜਿਹੜਾ ਹੈ ਉਹ ਤੁਹਾਨੂੰ ਖੁਦ ਜਹਾਲਤ ਦਿੰਦਾ ਹੈ। ਉਹ ਦਾਗ ਤੁਹਾਡੇ ਦਾਮਨ ਦੇ ਉੱਤੇ ਜਿਹੜੇ ਲੱਗੇ ਹੁੰਦੇ ਨੇ, ਤੁਹਾਡੀ ਸੁਰਤ ਨੂੰ ਉਹ ਇਹੋ ਜਿਹੇ ਜ਼ਖਮ ਦੇ ਜਾਂਦੇ ਨੇ, ਤੁਹਾਡੇ ਅੰਤਰ-ਆਤਮੇ ਨੂੰ ਕਮਜ਼ੋਰ ਕਰ ਦਿੰਦੇ ਨੇ ਕਿ ਤੁਸੀਂ ਅੰਦਰੋਂ ਬਿਲਕੁਲ ਅਪਾਹਜ ਹੋ ਜਾਂਦੇ ਹੋ। ਹੁਣ ਜ਼ਰਾ ਦੂਜੇ ਪਾਸੇ ਨਜ਼ਰ ਮਾਰ ਕੇ ਵੇਖੋ, ਜਿਨ੍ਹਾਂ ਲੋਕਾਂ ਦੇ ਅਸੀਂ ਜੀਵਨ ਪੜ੍ਹਦੇ, ਜਿਨ੍ਹਾਂ ਮਹਾਨ ਲੋਕਾਂ ਦੇ ਸਰੀਰਾਂ ਨੂੰ ਤਕਲੀਫਾਂ ਦਿੱਤੀਆਂ, ਪਰਿਵਾਰ ਤੱਕ ਖੋਹ ਦਿੱਤੇ ਗਏ, ਜ਼ਿੰਦਗੀ ਦੀਆਂ ਸਹੂਲਤਾਂ ਖੋਹ ਲਈਆਂ ਗਈਆਂ, ਤਕਲੀਫਾਂ, ਦੁੱਖਾਂ, ਮੁਸੀਬਤਾਂ ਉਹਨਾਂ ਦੇ ਜੀਵਨ ਵਿੱਚ, ਰਾਹ ਵਿੱਚ ਕੰਡੇ ਹੀ ਕੰਡੇ ਖਿਲਾਰ ਦਿੱਤੇ ਸਮੇਂ ਦੇ ਤਾਕਤਵਰ ਲੋਕਾਂ ਨੇ, ਪਰ ਉਹ ਖੁਸ਼ ਨੇ, ਚੜ੍ਹਦੀ ਕਲਾ ਵਿੱਚ ਨੇ, ਕਿਉਂਕਿ ਉਹਨਾਂ ਨੇ ਆਪਣੀ ਆਤਮਾ ਨੂੰ ਬਲਵਾਨ ਕੀਤਾ ਹੈ। ਉਹਨਾਂ ਦੀ ਆਤਮਾ ਨੂੰ ਕੋਈ ਗੁਨਾਹ ਕਮਜ਼ੋਰ ਕਰਨ ਵਾਲਾ ਉਹਨਾਂ ਦੇ ਜੀਵਨ 'ਚ ਹੈ ਹੀ ਨਹੀਂ। ਉਹ ਸੱਚ ਨਾਲ ਜੁੜੇ ਰਹੇ, ਧਰਮ ਨਾਲ ਜੁੜੇ ਰਹੇ, ਇਖਲਾਕ ਨਾਲ ਜੁੜੇ ਰਹੇ, ਪਰਮੇਸ਼ਰ ਦੀ ਇਬਾਦਤ ਨਾਲ ਜੁੜੇ ਰਹੇ। ਸੁਰਤ ਇੰਨੀ ਪੱਕੀ, ਮਜ਼ਬੂਤ ਤੇ ਉੱਚੀ ਹੈ ਵੀ ਉਹਨਾਂ ਨੂੰ ਸਰੀਰ ਦੇ ਨਾਸ਼ ਹੋਣ ਦਾ ਵੀ ਗਮ ਨਹੀਂ ਹੁੰਦਾ। ਇੰਨਾ ਵੱਡਾ ਅੰਤਰ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਦੋਂ ਤੁਸੀਂ ਵਕਾਰ ਨਾਲ ਜੁੜ ਕੇ ਵਕਾਰੀ ਹੁੰਦੇ ਹੋ, ਤੇ ਉਹ ਚੀਜ਼ ਤੁਹਾਡੀ ਸੁਰਤ ਉੱਤੇ ਇਫੈਕਟ ਕਰਦੀ ਹੈ, ਤੁਹਾਡੇ ਆਤਮਿਕ ਜੀਵਨ ਨੂੰ ਕੰਗਾਲ ਕਰ ਦਿੰਦੀ, ਹੌਲਾ ਕਰ ਦਿੰਦੀ, ਕਮਜ਼ੋਰ ਕਰ ਦਿੰਦੀ ਹੈ। ਉਹ ਜਿਹੜੀ ਆਤਮਿਕ ਵੀਕਨੈਸ ਹੈ, ਸੁਰਤ ਪੱਖੋਂ ਅਪਾਹਜ ਹੋਣ ਵਾਲੀ ਜਿਹੜੀ ਸਥਿਤੀ ਹੈ, ਉਹ ਤੁਹਾਨੂੰ ਆਤਮਿਕ ਮੌਤ ਵਾਲੇ ਪਾਸੇ ਧੱਕ ਕੇ ਲੈ ਜਾਂਦੀ। ਅੰਦਰੋਂ ਤੁਸੀਂ ਡੈੱਡ ਹੁੰਦੇ ਜਾਂਦੇ ਹੋ, ਜਿਉਂ-ਜਿਉਂ ਤੁਸੀਂ ਉਸ ਮੰਦੇ ਅਮਲਾਂ ਦੇ ਰਾਹ ਦੇ ਉੱਤੇ ਸਫ਼ਰ ਕਰਦੇ ਜਾਂਦੇ ਹੋ। ਤੁਹਾਡਾ ਆਤਮਾ ਹਨੇਰੇ 'ਚ ਗਵਾਚਦਾ ਜਾਂਦਾ ਹੈ। ਤੁਹਾਡੀ ਸੁਰਤ ਉੱਤੇ ਮੈਲ ਜੰਮ ਕੇ ਇੱਕ ਪਾਹ ਚੜ੍ਹ ਜਾਂਦੀ ਹੈ ਮਾਇਆ ਦੀ, ਤੁਹਾਡੇ ਅੰਦਰ ਦੀ ਰੌਸ਼ਨੀ ਗੁੱਲ ਹੋ ਜਾਂਦੀ ਹੈ। ਉਹ ਤਕਲੀਫ, ਉਹ ਦੁੱਖ ਜਿਹੜਾ ਅਸੀਂ ਇਕੱਠਾ ਕਰਦੇ ਜਾ ਰਹੇ ਹਾਂ, ਉਹਨੂੰ ਦੂਰ ਕਰਨ ਦੀ ਕਿਸੇ ਕੋਲ ਦਵਾਈ ਨਹੀਂ ਹੁੰਦੀ। ਸਾਹਿਬ ਸਤਿਗੁਰੂ ਮਹਾਰਾਜ ਇਸ ਪਾਸੇ ਸਾਡਾ ਧਿਆਨ ਦਿਵਾ ਰਹੇ ਨੇ। ਹਜ਼ੂਰ ਕਹਿੰਦੇ, ਭਇਓ ਲੋਭ ਸੰਗ ਹੌਰਾ। ਲੋਭ ਆਦਿਕ ਵਿਕਾਰਾਂ ਦੇ ਪ੍ਰਭਾਵ ਥੱਲੇ ਤੇਰਾ ਆਤਮਿਕ ਜੀਵਨ ਕੰਗਾਲ ਹੁੰਦਾ ਜਾ ਰਿਹਾ ਹੈ, ਤੇਰੀ ਆਤਮਿਕ ਪੂੰਜੀ ਖਤਮ ਹੁੰਦੀ ਜਾ ਰਹੀ ਹੈ, ਤੇਰਾ ਆਤਮਾ ਕਮਜ਼ੋਰ ਹੁੰਦਾ ਜਾ ਰਿਹਾ ਹੈ। ਤੇ ਸਤਿਗੁਰੂ ਕਹਿੰਦੇ, ਜੋ ਤਨ ਤੈਂ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਇਹ ਭਾਈ, ਤੂੰ ਕੀ ਸਮਝਦਾ, ਜਿਸ ਸਰੀਰ ਦੀ ਖਾਤਰ ਦੂਜੇ ਦਾ ਹੱਕ ਮਾਰਦਾ, ਤੇਰਾ ਇਹ ਸਰੀਰ ਸਦਾ ਰਹਿਣ ਵਾਲਾ ਹੈ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਇਸ ਨੂੰ ਕੂੜ ਬੋਲ ਕੇ ਖਵਾਲੀਏ, ਜੇ ਚਲਦਿਆਂ ਨਾਲ ਨਾ ਜਾਏ। ਜਦੋਂ ਰਹਿਣਾ ਇਹਨੇ ਵੀ ਹਸ਼ਰ ਇਹਦਾ ਵੀ ਉਹੀ ਹੋਣਾ ਹੈ, ਫਿਰ ਮੈਂ ਇਹਨੂੰ ਝੂਠ ਬੋਲ ਕੇ ਕਿਉਂ ਪਾਲਾਂ, ਕਿਸੇ ਦਾ ਹੱਕ ਮਾਰ ਕੇ ਇਹਨੂੰ ਕਿਉਂ ਖਵਾਵਾਂ, ਜਦੋਂ ਰਹਿਣਾ ਇਹਨੇ ਫਿਰ ਵੀ ਨਹੀਂ। ਹਸ਼ਰ ਇਹਦਾ ਵੀ ਫਿਰ ਉਹੀ ਹੈ, ਓੜਕ ਨੂੰ। ਜੋ ਤਨ ਤੈਂ, ਸਤਿਗੁਰੂ ਕਹਿੰਦੇ ਨੇ, ਆਪਣੋ ਕਰਮ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਆਪਣੇ ਘਰ ਨੂੰ, ਔਰਤ ਨੂੰ, ਜਾਨੀ ਪਰਿਵਾਰ ਨੂੰ ਤੂੰ ਮੁਹੱਬਤ ਕਰਦਾ ਹੈ, ਤਨ ਨੂੰ ਮੁਹੱਬਤ ਕਰਦਾ ਹੈ। ਇਹ ਵਿਚਾਰ ਮਾੜਾ ਨਹੀਂ, ਇਹ ਭਾਵ ਮਾੜਾ ਨਹੀਂ, ਪਰ ਇਸ ਮੁਹੱਬਤ ਵਿੱਚ ਜਦੋਂ ਤੂੰ ਵਿਸ਼ੇ ਵਿਕਾਰਾਂ ਵਸ ਪੈ ਕੇ ਲੋਭੀ ਹੋ ਕੇ ਦੂਜੇ ਦਾ ਹੱਕ ਮਾਰਨ ਤੁਰਦਾ, ਤੇ ਸਤਿਗੁਰੂ ਕਹਿੰਦੇ, ਇਨ ਮੈਂ ਕਸ਼ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਘਰ ਹੋਵੇ, ਪਰਿਵਾਰ ਹੋਵੇ, ਇਸਤਰੀ ਹੋਵੇ, ਬੱਚੇ ਹੋਣ, ਦੋਸਤ ਮਿੱਤਰ ਹੋਣ, ਤੇਰਾ ਆਪਣਾ ਸਰੀਰ ਹੋਵੇ, ਆਤਮਿਕ ਕੰਗਾਲੀ ਦੀ ਅਵਸਥਾ ਵਿੱਚ ਇਹਨਾਂ 'ਚੋਂ ਤੇਰਾ ਕੋਈ ਸਾਥੀ ਨਹੀਂ ਬਣੇਗਾ। ਜਦੋਂ ਬਦਨੁਮਾ ਦਾਗ ਤੇਰੀ ਸੁਰਤ ਉੱਤੇ ਲੱਗ ਜਾਣਗੇ ਨਾ, ਜਦੋਂ ਤੇਰਾ ਅੰਦਰ ਦਾ ਚਾਨਣ ਮੁੱਕ ਜਾਏਗਾ, ਜਦੋਂ ਤੇਰੇ ਅੰਦਰ ਦੀ ਵਿਵੇਕ ਬੁੱਧੀ ਮੁੱਕ ਜਾਏਗੀ, ਤੂੰ ਅੰਦਰ ਦੀਆਂ ਤਕਲੀਫਾਂ 'ਚ ਘਿਰ ਜਾਏਗਾ, ਉੱਥੇ ਇਹਨਾਂ 'ਚੋਂ ਕੋਈ ਤੇਰੀ ਸਹਾਇਤਾ ਕਰਨ ਵਾਸਤੇ ਨਹੀਂ ਬੌੜ ਸਕਦਾ, ਕਿਉਂਕਿ ਅਮਲ ਤੂੰ ਕੀਤਾ ਹੈ ਤੇ ਖਮਿਆਜਾ ਵੀ ਤੂੰ ਹੀ ਭੁਗਤੇਗਾ। ਕਰਮ ਤੇਰਾ ਹੈ ਤੇ ਫਲ ਵੀ ਤੇਰਾ ਹੋਏਗਾ। ਕਮਾਇਆ ਤੂੰ ਹੈ ਤੇ ਭੋਗਣਾ ਵੀ ਤੂੰ ਹੈ।
ਸਤਿਗੁਰੂ ਕਹਿੰਦੇ ਦੇਖੋ ਸੋਚ ਵਿਚਾਰੀ, ਸੋਚ ਵਿਚਾਰ ਕੇ ਵੇਖ ਕਦੇ ਆਪਣੇ ਆਪ ਅੰਦਰ। ਹਜ਼ੂਰ ਆਖਦੇ ਨੇ ਰਤਨਮ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੇ। ਕੀਮਤੀ ਰਤਨ ਵਰਗਾ, ਹੀਰੇ ਵਰਗਾ ਜਨਮ ਤੂੰ ਹਾਰ ਰਿਹਾ। ਹਾਰਨ ਦਾ ਮਤਲਬ ਹੁੰਦਾ ਅਜਾਈਂ ਗਵਾ ਦੇਣਾ, ਵਿਅਰਥ 'ਚ ਹੀ ਗਵਾ ਦੇਣਾ, ਬਿਨਾਂ ਲਾਭ ਤੋਂ ਹੀ ਖਰਚ ਕਰ ਦੇਣਾ। ਜੀਵਨ ਦਾ ਲਾਭ ਕਿਹਨੂੰ ਕਿਹਾ ਸਤਿਗੁਰੂ ਨੇ? ਨੇਕ ਅਮਲ ਨੂੰ। ਜਿੱਥੇ ਨੇਕ ਅਮਲ ਨਹੀਂ, ਸਤਿਗੁਰੂ ਕਹਿੰਦੇ ਬੜਾ ਮਹਿੰਗਾ ਜੀਵਨ ਕੌਡੀਆਂ ਦੇ ਭਾਅ ਤੂੰ ਹਰਾ ਦਿੱਤਾ ਹੈ। ਕਿਵੇਂ ਹਰਾਇਆ? ਗੋਬਿੰਦ ਗਤ ਨਹੀਂ ਜਾਣੇ। ਸ੍ਰਿਸ਼ਟੀ ਦੇ ਸਿਰਜਣਹਾਰ ਦੀ ਗਤ ਭਾਵ ਉਸ ਵਾਹਿਗੁਰੂ ਦਾ ਅਹਿਸਾਸ ਨਹੀਂ ਕੀਤਾ। ਫਿਰ ਕਹਿੰਦੇ ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਔਧ ਸਿਰਾਨੀ। ਅੱਖ ਦੇ ਫੋਰ ਜਿੰਨਾ ਸਮਾਂ ਵੀ ਕਦੇ ਤੂੰ ਆਪਣੇ ਜੀਵਨ 'ਚ ਅਹਿਸਾਸ ਅਨੁਭਵ ਨਹੀਂ ਵਸਾਇਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਉਹਦੇ ਗੁਣਾਂ ਨਾਲ ਨਹੀਂ ਜੁੜਿਆ ਜਿਹੜਾ ਸਰਬ ਗੁਣਾਂ ਦਾ ਸੋਮਾ ਹੈ, ਜਿਹੜਾ ਤੇਰੀ ਆਤਮਾ ਦੀ ਜਾਗਰਤੀ ਹੈ, ਜਿਹੜਾ ਤੇਰੀ ਸੁਰਤ ਦੀ ਸ਼ੁੱਧਤਾ ਹੈ, ਜਿਹੜਾ ਤੇਰੇ ਆਪਣੇ ਆਪ ਵਿੱਚ ਮੌਜੂਦ ਹੈ। ਸਾਹਿਬ ਆਖਦੇ ਨੇ ਬਿਰਥਾ ਔਧ ਸਰਾਨੀ, ਤੂੰ ਸਾਰੀ ਉਮਰ ਔਧ ਜੀਵਨ ਅਵਸਥਾ ਵਿਅਰਥੀ ਗਵਾ ਲਈ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਥੱਲੇ। ਫਿਰ ਹਜ਼ੂਰ ਕਹਿੰਦੇ ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ। ਜਿਹੜਾ ਸਰਵ ਵਿਆਪਕ ਪਰਮੇਸ਼ਰ ਦੇ ਗੁਣਾਂ ਨਾਲ ਜੁੜਦਾ ਹੈ, ਉਹਦੀ ਸਿਫਤ ਸਲਾਹ ਨਾਲ ਜੁੜਦਾ ਹੈ, ਉਹ ਸੁਖੀ ਹੈ। ਉਹ ਮਨੁੱਖ ਹੀ ਆਤਮਿਕ ਲਾਭਕਾਰੀ, ਆਤਮਿਕ ਸੁੱਖ ਹੰਢਾਉਂਦਾ ਹੈ। ਉਹਨੂੰ ਇੱਕ ਸੈਟਿਸਫੈਕਸ਼ਨ ਹੈ, ਉਹ ਇੱਕ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰ, ਜਿਹਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਜਦੋਂ ਅਸੀਂ ਇਹ ਭਾਵ ਪੜ੍ਹਦੇ ਹਾਂ ਨਾ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਜੇ ਸਤਿਗੁਰੂ ਜਿਸ ਮਨੋਵਸਥਾ ਦੀਆਂ ਉਦਾਹਰਨਾਂ ਦੇ ਰਹੇ ਨੇ, ਉਹ ਕਿਸੇ ਵੀ ਬਾਹਰ ਦੀ ਵਸਤੂ ਦਾ ਮੁਹਤਾਜ ਨਹੀਂ। ਉਹ ਉਸ ਸੱਚ ਵਿੱਚ ਟਿਕਿਆ ਹੋਇਆ ਜੀਵਨ ਹੈ, ਆਨੰਦਿਤ ਜੀਵਨ, ਜਿਹੜਾ ਜੀਵਨ ਦੇ ਦੁੱਖਾਂ ਤੇ ਸੁੱਖਾਂ, ਮਿਲਾਪ ਤੇ ਵਿਛੋੜੇ, ਪਦਾਰਥਾਂ ਦਾ ਆਉਣਾ ਤੇ ਜਾਣਾ, ਇਹ ਸਾਰੀ ਦੀ ਸੱਚਾਈ ਨੂੰ ਜਾਣਦਾ ਹੈ, ਜਿਹੜਾ ਇਸ ਸੱਚ ਨੂੰ ਸਮਝਦਾ ਹੈ। ਇਹਨਾਂ ਤੋਂ ਪਾਰ ਖੜਾ ਹੋਇਆ ਉਹਦਾ ਮਨ ਮਸਤਕ, ਉਹਦੀ ਸੁਰਤ ਜਿਹੜੀ ਹੈ, ਉਹ ਸਾਤਮਿਕ ਆਨੰਦ ਨੂੰ ਮਾਣਦੀ ਤੇ ਹੰਢਾਉਂਦੀ ਹੈ। ਸਾਹਿਬ ਆਖਦੇ ਨੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ। ਪਰ ਬਾਕੀ ਜੋ ਜਗਤ ਹੈ, ਜਿਹੜਾ ਇਸ ਰਾਮ ਨਾਮ ਗੁਣ ਗਾਵੇ ਦੀ ਮਨੋ ਅਵਸਥਾ ਤੋਂ ਜਿਹੜਾ ਮੁਕਤ ਹੈ ਬੰਦਾ, ਜਿਹੜਾ ਇਸ ਨੂੰ ਮੰਨਣ ਵਾਲਾ ਨਹੀਂ, ਇਸ ਤੋਂ ਵਾਂਝਾ ਹੈ, ਉਹ ਬਾਕੀ ਸਾਰੇ ਜਿਹੜੇ ਲੋਕ ਨੇ, ਸਤਿਗੁਰੂ ਆਖਦੇ ਉਹ ਮਾਇਆ ਦੇ ਮੋਏ ਹੋਏ ਨੇ, ਅਲਾਮਤਾਂ ਦੇ ਸ਼ਿਕਾਰ ਨੇ। ਮਾਇਆ ਇੱਥੇ ਕੇਵਲ ਇੱਕ ਚੀਜ਼ ਨੂੰ ਨਹੀਂ ਕਿਹਾ, ਮਾਇਆ ਦਾ ਮਤਲਬ ਹੈ ਉਸ ਸਿਚੁਏਸ਼ਨ ਦੇ ਸ਼ਿਕਾਰ ਨੇ ਜਿੱਥੇ ਵਿਸ਼ੇ ਵਿਕਾਰਾਂ ਦਾ ਹੀ ਜ਼ੋਰ ਹੈ, ਲੋਭ ਦਾ ਜ਼ੋਰ ਹੈ, ਕ੍ਰੋਧ ਦਾ ਜ਼ੋਰ ਹੈ, ਈਰਖਾ ਦਾ ਜ਼ੋਰ ਹੈ, ਹੰਕਾਰ ਦਾ ਜ਼ੋਰ ਹੈ। ਉਹ ਵਿਸ਼ੇ ਵਿਕਾਰਾਂ ਦੀ ਜਿਹੜੀ ਬਿਰਤੀ ਹੈ, ਸਤਿਗੁਰੂ ਕਹਿੰਦੇ ਉਹਦੇ ਵਿੱਚ ਉਹ ਗ੍ਰਸਤ ਨੇ, ਮੋਏ ਹੋਏ ਨੇ। ਨਿਰਭੈ ਪਦ ਨਹੀਂ ਪਾਵੈ। ਨਿਰਭੈ ਅਵਸਥਾ, ਜਿਹੜੇ ਸਹਿਮ ਉਹਨਾਂ ਚੀਜ਼ਾਂ ਤੋਂ ਪੈਦਾ ਹੋਣੇ ਨੇ ਬਾਅਦ ਵਿੱਚ, ਉਹਨਾਂ ਤੋਂ ਫਿਰ ਮੁਕਤ ਨਹੀਂ ਹੋ ਪਾਉਂਦੇ। ਉਹਨਾਂ ਚੀਜ਼ਾਂ ਦੇ ਸਹਿਮ ਥੱਲੇ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਨੇ। ਐਸੇ ਜੀਵ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਰਮ ਵੀ ਕਰਦੇ ਨੇ। ਜੇ ਉਹਨਾਂ ਦੀ ਮਨੋਵਸਥਾ ਉਸ ਸਿਚੁਏਸ਼ਨ ਦੀ ਸ਼ਿਕਾਰ ਹੈ ਨਾ, ਤੇ ਸਤਿਗੁਰੂ ਆਖਦੇ ਜਿਹੜੇ ਉਹ ਵਿਕਾਰਾਂ ਦੇ ਜਾਲ 'ਚ ਫਸੇ ਹੋਏ ਨੇ, ਉਹ ਭਾਵੇਂ ਬਾਹਰੋਂ ਕਰਮ ਕਰਦੇ ਨੇ, ਕਰਮ ਕਾਂਡ ਕਰਨਗੇ, ਤੀਰਥਾਂ ਤੇ ਜਾਣਗੇ, ਦਾਨ ਪੁੰਨ ਜੋ ਵੀ ਕਰਦੇ ਰਹਿਣ, ਉਹ ਫਿਜ਼ੀਕਲੀ ਕਰਦੇ ਨੇ। ਤੇ ਉਹਨਾਂ ਦੀ ਹਾਲਤ ਕੀ? ਕਰਮੀ ਸਹਿਜ ਨ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਨਾ ਜਾਏ ਸੰਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸੰਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਫਿਰ ਸਤਿਗੁਰੂ ਨੇ ਦਾ ਉੱਤਰ ਵੀ ਦਿੱਤਾ ਹੈ, ਜਿਹੜੇ ਗੁਰੂ ਸ਼ਬਦ ਨਾਲ ਜੁੜਦੇ ਨੇ ਉਹ ਆਪਣਾ ਮਨ ਧੋਂਦੇ ਨੇ, ਮਨ ਦੇ ਉਤੋਂ ਜਿਉਂ-ਜਿਉਂ ਵਿਕਾਰਾਂ ਦੀ ਮੈਲ ਲਾਹੁੰਦੇ ਨੇ, ਅਗਿਆਨਤਾ ਤੋਂ ਮੁਕਤ ਹੁੰਦੇ ਨੇ, ਤਿਉਂ-ਤਿਉਂ ਉਹਨਾਂ ਦਾ ਸਹਿਮ ਮੁੱਕਦਾ ਹੈ। ਸਤਿਗੁਰੂ ਕਿਰਪਾ ਕਰਨ, ਹਜ਼ੂਰ ਦੇ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।